ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪਾਂ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ। ਗੁਰਬਾਣੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਚੱਲ ਰਹੀ ਹੈ ਜੀ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 53 ਤੇ 54 ਉੱਪਰ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਅੱਜ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸ਼ੁਰੂ ਹੋਣ ਲੱਗੀ ਹੈ ਜੀ। ਰਾਗ ਸ੍ਰੀ ਰਾਗ ਹੀ ਚੱਲ ਰਿਹਾ ਅਤੇ ਅੱਜ ਅਸ਼ਟਪਦੀਆਂ ਸ਼ੁਰੂ ਹੋਣ ਲੱਗੀਆਂ ਨੇ। ਅਸ਼ਟਪਦੀਆਂ ਹੁੰਦੀਆਂ ਜਿਹਦੇ ਵਿੱਚ 8 ਪਦੇ ਹੁੰਦੇ ਨੇ। ਪਹਿਲਾਂ ਜਿਹੜੀ ਬਾਣੀ ਦੀ ਆਪਾਂ ਵਿਚਾਰ ਕਰਦੇ ਸੀ ਉਹ ਚੌਪਦੇ ਸੀ, ਜਿਨ੍ਹਾਂ ਵਿੱਚ 4-4 ਪਦ ਨੇ। ਇਹਦੇ ਵਿੱਚ 8 ਪਦ ਨੇ, ਜਿਵੇਂ ਅਸ਼ਟਪਦੀਆਂ, ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਅਸ਼ਟਪਦੀਆਂ ਨੇ, ਇਹ ਬਾਣੀ ਇਹਦੇ ਵਿੱਚ ਵੀ ਅਸ਼ਟਪਦੀਆਂ ਨੇ। ਅਤੇ ਰਾਗ ਸ੍ਰੀ ਰਾਗ ਹੀ ਚੱਲ ਰਿਹਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆ। ਏਕ ਓਂਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ। ਆਖ ਆਖ ਮਨ ਵਾਵਣਾ, ਜਿਉਂ ਜਿਉਂ ਜਾਪੈ ਵਾਏ। ਜਿਸ ਨੂੰ ਵਾਏ ਸੁਣਾਈਐ, ਸੋ ਕੇਵਡ ਕਿਤ ਥਾਏ। ਆਖਣ ਵਾਲੇ ਜੇਤੜੇ, ਸਭ ਆਖ ਰਹੇ ਲਿਵ ਲਾਏ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾਸੀ ਨੂੰ ਹਮੇਸ਼ਾ ਦੇਖਿਆ ਕਿ ਬਹੁਤ ਡੂੰਘੀ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ। ਜਿਸ ਤਰ੍ਹਾਂ ਆਪਾਂ ਜਾਈਏ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਥੋੜ੍ਹੀ ਜਿੱਦਾਂ ਉਹ ਸੌਖੀ ਸਮਝ ਵਿੱਚ ਆ ਜਾਂਦੀ ਆ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਬਹੁਤ ਡੂੰਘੀ ਰਮਜ਼ ਰੱਖਦੀ ਆ। ਪਰ ਜਦੋਂ ਪਾਤਸ਼ਾਹ ਆਪ ਇਹ ਰਮਜ਼ਾਂ ਖੋਲ੍ਹਣ ਆਉਣ ਤਾਂ ਉਹ ਫਿਰ ਉਹ ਖੋਲ੍ਹ ਦਿੰਦੇ ਨੇ। ਵਾਹਿਗੁਰੂ ਜੀ ਵਾਹਿਗੁਰੂ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਖ ਆਖ ਮਨ ਵਾਵਣਾ, ਜਿਉਂ ਜਿਉਂ ਜਾਪੈ ਵਾਏ। ਕਹਿੰਦੇ ਜਿਸ ਤਰ੍ਹਾਂ ਜੀਵ ਪਰਮਾਤਮਾ ਦੇ ਗੁਣਾਂ ਬਾਰੇ ਕਹਿੰਦੇ ਬੋਲਦਾ ਹੈਗਾ, ਗੁਣਾਂ ਬਾਰੇ ਵਿਆਖਿਆ ਕਰਦਾ ਹੈਗਾ। ਜਿਵੇਂ ਜਿਵੇਂ ਵੀ ਉਹ ਗੁਣਾਂ ਬਾਰੇ ਵਿਚਾਰ ਕਰਦਾ ਅਤੇ ਓਨਾ ਹੀ ਜ਼ਿਆਦਾ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਉਹਦਾ ਆਪਣਾ ਮਨ ਹੀ ਜਿੱਦਾਂ ਇਸ ਗੱਲ ਨੂੰ ਸਮਝ ਨਹੀਂ ਸਕਦਾ। ਇੱਕ ਤਰ੍ਹਾਂ ਖੁਆਰ ਹੋ ਰਿਹਾ, ਜਿਵੇਂ ਇੱਕ ਤਰ੍ਹਾਂ ਚੰਗੇ ਪਾਸੇ ਵਾਲਾ ਖੁਆਰ ਹੋਣਾ, ਜਿੱਦਾਂ ਉਲਝ ਰਿਹਾ। ਕਿਉਂਕਿ ਉਹਨੂੰ ਪਰਮਾਤਮਾ ਦੇ ਗੁਣਾਂ ਦੀ, ਸਾਨੂੰ ਜੀਵਾਂ ਨੂੰ ਪਰਮਾਤਮਾ ਦੇ ਗੁਣਾਂ ਦੀ ਸਮਝ ਨਹੀਂ ਹੈਗੀ। ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਹੈਗੇ ਅਤੇ ਜਿਸ ਤਰ੍ਹਾਂ ਸਾਨੂੰ ਉਹ ਸਮਝ ਲੱਗਦੇ ਨੇ। ਪਰਮਾਤਮਾ ਆਪ ਹੀ ਕਿਸੇ ਨੂੰ ਆਪਣੇ ਗੁਣ ਸਮਝਾਉਣਾ ਚਾਹੇ ਉਹ ਅਲੱਗ ਗੱਲ ਆ। ਕੋਈ ਜੀਵ ਪਰਮਾਤਮਾ ਦੇ ਗੁਣ ਦੂਜੇ ਨੂੰ ਨਹੀਂ ਸਮਝਾ ਸਕਦਾ। ਜਿਸਨੋ ਵਾਏ ਸੁਣਾਈਐ, ਸੋ ਕੇਵਡ ਕਿਤ ਥਾਏ। ਕਹਿੰਦੇ ਜਦੋਂ ਅਸੀਂ ਜਿਹੜੇ ਪਰਮਾਤਮਾ ਦੇ ਗੁਣਾਂ ਦਾ ਅਸੀਂ ਗਾਇਨ ਕਰਦੇ, ਪਰਮਾਤਮਾ ਨੂੰ ਸੁਣਾਉਂਦੇ ਹਾਂ ਜਾਂ ਅਸੀਂ ਕਿਸੇ ਹੋਰ ਨੂੰ ਪਰਮਾਤਮਾ ਦੇ ਗੁਣਾਂ ਬਾਰੇ ਦੱਸਦੇ ਹਾਂ, ਕਹਿੰਦੇ ਉਹ ਪਰਮਾਤਮਾ ਕਿੰਨਾ ਵੱਡਾ ਅਤੇ ਉਹ ਪਰਮਾਤਮਾ ਕਿਸ ਥਾਂ 'ਤੇ ਰਹਿੰਦਾ, ਸਾਨੂੰ ਨਹੀਂ ਕਹਿੰਦੇ ਪਤਾ ਹੈਗਾ ਇਹਦੇ ਬਾਰੇ। ਵਾਹਿਗੁਰੂ ਵਾਹਿਗੁਰੂ। ਆਖਣ ਵਾਲੇ ਜੇਤੜੇ, ਸਭ ਆਖ ਰਹੇ ਲਿਵ ਲਾਏ। ਕਹਿੰਦੇ ਜੋ ਵੀ ਉਹ ਪਰਮਾਤਮਾ ਦੇ ਗੁਣਾਂ ਨੂੰ ਧਿਆਉਂਦੇ ਨੇ, ਕਹਿੰਦੇ ਉਹ ਇਕਾਗਰਤਾ ਨਾਲ ਧਿਆ ਰਹੇ ਨੇ। ਉਹਨਾਂ ਦੀ ਲਿਵ ਲੱਗ ਜਾਂਦੀ ਹੈ ਜੋ ਕੋਈ ਇਕਾਗਰਤਾ ਨਾਲ ਉਹਦੇ ਗੁਣਾਂ ਨੂੰ ਗਾਉਂਦਾ ਹੈਗਾ। ਬਾਬਾ ਅੱਲਾ ਅਗਮ ਅਪਾਰ। ਕਹਿੰਦੇ ਬਾਬਾ ਉਹ ਜਿਹੜਾ ਰੱਬ ਆ ਨਾ, ਉਹ ਅਗੰਮ ਆ, ਸਾਡੀ ਪਹੁੰਚ ਤੋਂ ਪਰੇ ਆ, ਅਪਾਰ ਆ। ਕਹਿੰਦੇ ਉਹਦਾ ਪਾਰ ਨਹੀਂ ਪਾਇਆ ਜਾ ਸਕਦਾ, ਬੇਅੰਤ ਆ। ਕਹਿੰਦੇ ਪਾਕੀ ਨਾਈ ਪਾਕ ਥਾਏ, ਸੱਚਾ ਪਰਵਿਰਦਗਾਰ ਰਹਾਓ। ਪਾਕ ਹੁੰਦਾ ਪਵਿੱਤਰ। ਕਹਿੰਦੇ ਉਹਦੀ ਵਡਿਆਈ ਵੀ ਪਵਿੱਤਰ ਆ, ਰੱਬ ਦੀ, ਵਾਹਿਗੁਰੂ ਦੀ। ਕਹਿੰਦੇ ਜਿਹੜੀ ਜਗ੍ਹਾ 'ਤੇ ਰਹਿੰਦਾ ਉਹ ਵੀ ਪਵਿੱਤਰ ਆ,
ਕਹਿੰਦੇ ਉਹ ਸੱਚਾ ਪਾਲਣਹਾਰ, ਦੁਨੀਆ ਨੂੰ ਪਾਲਣ ਵਾਲਾ, ਸਦਾ ਰਹਿਣ ਵਾਲਾ। ਕਹਿੰਦੇ ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੈ ਕੋਏ। ਕਹਿੰਦੇ ਵੀ ਤੇਰਾ ਹੁਕਮ ਜੋ ਦੁਨੀਆ ਵਿੱਚ ਚੱਲ ਰਿਹਾ, ਵੀ ਉਹ ਕਿੱਡਾ ਕੁ ਵੱਡਾ ਹੁਕਮ ਆ ਤੇਰਾ, ਉਹਨੂੰ ਕੋਈ ਨਹੀਂ ਜਾਣ ਸਕਦਾ ਅਤੇ ਉਹਨੂੰ ਕੋਈ ਵੀ ਨਹੀਂ ਲਿਖ ਸਕਦਾ। ਨਾ ਲਿਖਣ ਚਾਹੁੰਦਾ ਤੇਰਾ ਹੁਕਮ ਜੋ ਚੱਲ ਰਿਹਾ ਦੁਨੀਆ ਵਿੱਚ, ਜੋ ਕੁਛ ਹੋ ਰਿਹਾ, ਅਤੇ ਨਾ ਹੀ ਉਹਦੇ ਬਾਰੇ ਕੋਈ ਦੱਸ ਸਕਦਾ। ਵਾਹਿਗੁਰੂ ਵਾਹਿਗੁਰੂ। ਜੇ 100 ਸਾਇਰ ਮੇਲੀਐ, ਤਿਲ ਨਾ ਪੁਜਾਵੈ ਰੋਏ। ਕਹਿੰਦੇ ਜੇ 100 ਮਤਲਬ ਕਵੀ ਵੀ ਬੈਠ ਜਾਣ ਨਾ ਮਿਲ ਕੇ, ਵੀ ਅਸੀਂ ਪਰਮਾਤਮਾ ਦੇ ਹੁਕਮ ਬਾਰੇ ਕੁਛ ਲਿਖ ਸਕੀਏ, ਕਹਿੰਦੇ ਉਹ ਇੱਕ ਤਿਲ ਜਿੰਨਾ ਵੀ ਨਹੀਂ ਲਿਖ ਸਕਣਗੇ। ਸਾਰਾ ਕਹਿੰਦੇ ਵਿਅਰਥ, ਮਤਲਬ ਇੱਕ ਤਰ੍ਹਾਂ ਉਹਨਾਂ ਵੀ ਰੋਣ ਹਾਕੇ ਹੋ ਜਾਣਗੇ, ਪਰ ਲਿਖ ਨਹੀਂ ਸਕਣਗੇ। ਕੀਮਤ ਕਿਨੇ ਨਾ ਪਾਈਆ, ਸਭ ਸੁਣ ਸੁਣ ਆਖੈ ਸੋਏ। ਕਹਿੰਦੇ ਪਰਮਾਤਮਾ ਦੀ ਵਡਿਆਈ ਜਿੱਦਾਂ ਇੱਕ ਦੂਜੇ ਤੋਂ ਸੁਣ ਸੁਣ ਸਾਰੇ ਇੱਕ ਦੂਜੇ ਨੂੰ ਦੱਸ ਰਹੇ ਨੇ, ਪਰ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਪਰਮਾਤਮਾ ਬਾਰੇ ਕੋਈ ਦੱਸ ਹੀ ਨਹੀਂ ਸਕਦਾ। ਵਾਹਿਗੁਰੂ ਵਾਹਿਗੁਰੂ। ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਔਰ ਸ਼ਹੀਦ, ਸੇਖ ਮਸਾਇਕ ਕਾਜ਼ੀ ਮੁੱਲਾ, ਦਰ ਦਰਵੇਸ ਰਸੀਦ। ਬਰਕਤ ਤਿਨਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਫਿਰ ਜਿਹੜੇ ਸਾਰੇ ਨਾਂ ਲੈ ਰਹੇ ਨੇ, ਕਹਿੰਦੇ ਕਿ ਪੀਰ, ਪੈਗੰਬਰ, ਸਾਲਕ ਹੁੰਦੇ ਨੇ ਜਿਹੜਾ ਰਸਤਾ ਦੱਸਣ ਵਾਲੇ, ਸਾਦਕ ਜਿਨ੍ਹਾਂ ਕੋਲ ਸਿਦਕ ਹੁੰਦਾ, ਸ਼ਹੀਦ ਕਹਿ ਰਹੀ ਹੈ ਕਿ ਜੋ ਪਰਮਾਤਮਾ ਦੇ ਰਸਤੇ 'ਤੇ ਚੱਲ ਕੇ ਜਿਨ੍ਹਾਂ ਨੇ ਆਪਾ ਵਾਰ ਦਿੱਤਾ। ਫਿਰ ਕਾਜੀ, ਮੁੱਲਾ, ਫਕੀਰ, ਦਰਵੇਸ਼, ਕਹਿੰਦੇ ਇਹ ਜਿਹੜੇ ਸਾਰੇ ਨੇ, ਠੀਕ ਆ ਵੀ ਸਾਰੇ ਬਹੁਤ ਭਗਤੀ ਕਰਨ ਵਾਲੇ ਨੇ। ਕਹਿੰਦੇ ਵੀ ਇਹ ਭਗਤੀ ਦੇ ਕਰਕੇ ਉਹਨਾਂ ਨੂੰ ਦਰਗਾਹ ਦੇ ਵਿੱਚ ਮਤਲਬ ਚੰਗੀ ਉਹਨਾਂ ਨੂੰ ਮਤਲਬ ਉਹਨਾਂ ਦੀ ਪੁੱਛ ਗਿੱਛ ਹੁੰਦੀ ਆ ਅਤੇ ਉਹਨਾਂ ਦੇ ਚੰਗੇ ਭਾਗ ਬਣਦੇ ਨੇ। ਦਰੂਦ ਕਹਿੰਦੇ ਨੇ ਮੁਸਲਮਾਨ ਵੀਰਾਂ ਦੇ ਵਿੱਚ ਜਿਹੜੀ ਇਹ ਦੁਆ ਕਰਦੇ ਨੇ ਨਮਾਜ਼ ਪੜ੍ਹਨ ਤੋਂ ਬਾਅਦ। ਕਹਿੰਦੇ ਵੀ ਉਹ ਦੁਆਵਾਂ ਕਰਦੇ ਨੇ, ਮਤਲਬ ਪਰਮਾਤਮਾ ਦੀ ਭਗਤੀ ਕਰਦੇ ਨੇ, ਦਰਗਾਹ 'ਚ ਚੰਗੀ ਜਗ੍ਹਾ ਪਾਉਂਦੇ ਨੇ, ਪਰ ਕਹਿੰਦੇ ਕੋਈ ਵੀ ਇਹਨਾਂ ਦੇ ਵਿੱਚੋਂ ਪਰਮਾਤਮਾ ਬਾਰੇ ਨਹੀਂ ਦੱਸ ਸਕਦਾ, ਪਰਮਾਤਮਾ ਦੇ ਗੁਣਾਂ ਬਾਰੇ ਨਹੀਂ ਦੱਸ ਸਕਦਾ, ਉਹਦੇ ਲੇਖੇ ਬਾਰੇ ਨਹੀਂ ਦੱਸ ਸਕਦਾ। ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੇ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਕਹਿੰਦੇ ਪਰਮਾਤਮਾ ਕਿਸੇ ਨੂੰ ਪੁੱਛ ਕੇ ਦੁਨੀਆ ਨੂੰ ਬਣਾਉਂਦਾ ਨਹੀਂ, ਪੁੱਛ ਕੇ ਕਿਸੇ ਨੂੰ ਦੁਨੀਆ ਦਾ ਨਾਸ਼ ਨਹੀਂ ਕਰਦਾ, ਅਤੇ ਕਿਸੇ ਜੀਵ ਨੂੰ ਜਿੰਦ ਦੇਣੀ ਲੈਣੀ ਇਹ ਕਿਸੇ ਤੋਂ ਕੋਈ ਪੁੱਛ ਨਹੀਂ ਕਰਦਾ। ਇਹ ਸਭ ਉਹਦੀ ਸੁਤੰਤਰ ਇੱਛਾ, ਉਹਦੀ ਆਪਣੀ ਕੁਦਰਤ ਆ, ਉਹਨੇ ਆਪ ਹੀ ਬਣਾਈ ਆ। ਕੁਦਰਤ ਦੇ ਵਿੱਚ ਜੋ ਕੁਛ ਵੀ ਕਰ ਰਿਹਾ ਉਹ ਆਪ ਹੀ ਕਰ ਰਿਹਾ, ਸਭ ਕੁਛ ਆਪਣੀ ਮਰਜ਼ੀ ਨਾਲ। ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈ ਦੇ। ਕਹਿੰਦੇ ਸਾਰੇ ਜਗਤ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ, ਪਰ ਆਪਣੇ ਨਾਮ ਦੀ ਦਾਤ ਜੋ ਉਹਨੂੰ ਭਾ ਜਾਵੇ ਉਹਨੂੰ ਦਿੰਦਾ। ਥਾਵਾ ਨਾਵ ਨਾ ਜਾਣੀਐ, ਨਾਵਾ ਕੇਵੜ ਨਾਉ। ਕਹਿੰਦੇ ਕਿ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਨੇ ਕਿੰਨੀਆਂ ਹੀ ਥਾਵਾਂ ਬਣਾਈਆਂ ਨੇ ਅਤੇ ਉਹਨਾਂ ਦੇ ਕਿੰਨੇ ਹੀ ਨਾਂ ਨੇ, ਅਸੀਂ ਨਹੀਂ ਜਾਣ ਸਕਦੇ। ਸਾਰੀ ਸ੍ਰਿਸ਼ਟੀ ਬਾਰੇ ਅਸੀਂ ਜਾਣ ਹੀ ਨਹੀਂ ਸਕਦੇ। ਕਹਿੰਦੇ ਵੀ ਇੰਨਾ ਕੁਛ ਜੋ ਉਹਨੇ ਕੀਤਾ, ਮਤਲਬ ਉਹਦੇ ਹਿਸਾਬ ਨਾਲ ਉਹਨੂੰ ਕੀ ਨਾਂ ਦੇਈਏ, ਉਹਨੂੰ ਕਿੱਡਾ ਵੱਡਾ ਨਾਂ ਦੇ ਦਈਏ ਪਰਮਾਤਮਾ ਨੂੰ। ਸਾਨੂੰ ਕਹਿੰਦੇ ਉਸ ਨਾਂ ਦਾ ਵੀ ਨਹੀਂ ਪਤਾ ਕਿ ਉਸ ਪਰਮਾਤਮਾ ਨੂੰ ਕਿੱਡਾ ਵੱਡਾ ਨਾਂ ਦਿੱਤਾ ਜਾਵੇ ਕਿ ਜਿਹੜਾ ਉਹ ਨਾਂ ਪੂਰਾ ਮਤਲਬ ਉਤਰੇ ਪਰਮਾਤਮਾ 'ਤੇ, ਕਿ ਵੀ ਇਹ ਇੰਨਾ ਕੁਛ ਕਰਨ ਵਾਲਾ ਵੀ ਇਹਦਾ ਆ ਨਾ ਹੋ ਸਕਦਾ। ਜਿੱਥੈ ਵਸੈ ਮੇਰਾ ਪਾਥ ਸਾਹੋ, ਸੋ ਕੇਵੜ ਹੈ ਥਾਓ। ਕਹਿੰਦੇ ਜਿੱਥੇ ਮੇਰਾ ਉਹ ਪਰਮਾਤਮਾ ਰਹਿੰਦਾ, ਕਹਿੰਦੇ ਉਹ ਜਗ੍ਹਾ ਕਿੱਡੀ ਵੱਡੀ ਹੋਊਗੀ,
ਉਹ ਕਿੱਡੀ ਵੱਡੀ ਥਾਂ ਕਹਿੰਦੇ ਜਿੱਥੇ ਮੇਰਾ ਪਰਮਾਤਮਾ ਰਹਿੰਦਾ। ਅੰਬੜ ਕੋਏ ਨਾ ਸਕਈ ਹੋ ਕਿਸਨੋਂ ਪੁੱਛਣ ਜਾਓ। ਕਹਿੰਦੇ ਕਿਹਨੂੰ ਪੁੱਛੀਏ ਪਰਮਾਤਮਾ ਬਾਰੇ ਵੀ ਉਹ ਕਿਹੋ ਜਿਹਾ ਤੇ ਕਿੱਥੇ ਰਹਿੰਦਾ। ਤੇ ਕਹਿੰਦੇ ਮਤਲਬ ਉਹਦੇ ਬਾਰੇ ਕੋਈ ਜੀਵ ਪਤਾ ਕਰਕੇ ਇਸ ਮਤਲਬ ਕਹਿੰਦੇ ਵੀ ਦੱਸਣ ਵਾਲਾ ਨਹੀਂ ਹੈਗਾ ਕਿ ਜੋ ਪਰਮਾਤਮਾ ਬਾਰੇ ਦੱਸ ਸਕੇ ਕਿ ਵੀ ਉਹਦੀ ਬਜ਼ੁਰਗੀ ਕਿੱਡੀ ਵੱਡੀ ਆ। ਕੋਈ ਉੱਥੇ ਪਹੁੰਚਿਆ ਹੀ ਨਹੀਂ ਹੈਗਾ ਜੋ ਕੋਈ ਪਰਮਾਤਮਾ ਬਾਰੇ ਦੱਸ ਸਕੇ, ਕੋਈ ਉਸ ਅਵਸਥਾ 'ਤੇ ਨਹੀਂ ਪਹੁੰਚ ਸਕਿਆ। ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਹੁਕਮ ਸਵਾਰੇ ਆਪਨੇ ਚਸਾ ਨਾ ਢਿੱਲ ਕਰੇ। ਕਹਿੰਦੇ ਵੀ ਕੋਈ ਵਰਨ ਵੱਡਾ ਛੋਟਾ ਇਹ ਮਤਲਬ ਪਰਮਾਤਮਾ ਨੇ ਇੱਦਾਂ ਨਹੀਂ ਹੈਗਾ ਵੀ ਆਹ ਮੈਂ ਕੋਈ ਵਰਨ ਵੱਡਾ ਬਣਾਇਆ, ਆਹ ਕੋਈ ਛੋਟਾ ਬਣਾਇਆ। ਜਿਹਨੂੰ ਉਹਦਾ ਦਿਲ ਕਰਦਾ ਉਹ ਵੱਡਾ ਹੋ ਗਿਆ। ਕਹਿੰਦੇ ਸਾਰੀਆਂ ਵਡਿਆਈਆਂ ਪਰਮਾਤਮਾ ਦੇ ਹੱਥ ਨੇ। ਉਹ ਵਡਿਆਈਆਂ ਜਿਹਨੂੰ ਦੇਣਾ ਚਾਹੇ, ਜਿਹਦੇ 'ਤੇ ਉਹਦੀ ਕਿਰਪਾ ਦ੍ਰਿਸ਼ਟੀ ਹੋਵੇ, ਜਿਹੜੇ ਉਹਦੀ ਭਾਵਨੀ ਵਿੱਚ ਆ ਗਿਆ ਉਹਨੂੰ ਦੇ ਦਿੰਦਾ। ਅਤੇ ਆਪਣੇ ਹੁਕਮ ਦੇ ਵਿੱਚ ਹੀ ਜੇ ਕਿਸੇ ਨੂੰ ਉਹ ਸਵਾਰਨਾ ਚਾਹੇ, ਕਿਸੇ ਦਾ ਜੀਵਨ ਜੁਗਤੀ ਸਵਾਰਨੀ ਚਾਹੇ ਤਾਂ ਉਹ ਇੱਕ ਪਲ ਵੀ ਨਹੀਂ ਲਾਉਂਦਾ ਹੈਗਾ, ਸੰਵਾਰ ਦਿੰਦਾ। ਸਭ ਕੋ ਆਖੈ ਬਹੁਤ ਬਹੁਤ ਲੈਣੇ ਕੈ ਵਿਚਾਰ, ਕੇਵੜ ਦਾਤਾ ਆਖੀਐ ਦੇ ਕਹਿ ਰਿਹਾ ਸੁਮਾਰ। ਕਹਿੰਦੇ ਪਰਮਾਤਮਾ ਤੋਂ ਦਾਤਾਂ ਲੈਣ ਲਈ ਤਾਂ ਸਭ ਕੋਈ ਕਹਿੰਦਾ ਵੀ ਮੈਨੂੰ ਬਹੁਤੀਆਂ ਦਾਤਾਂ ਮਿਲਣ, ਮੈਨੂੰ ਬਹੁਤੀਆਂ ਦਾਤਾਂ ਮਿਲਣ। ਕਹਿੰਦੇ ਉਹ ਦੇਣ ਵਾਲਾ ਦਾਤਾ ਕਹਿੰਦੇ ਉਹਨੂੰ ਕਿੱਡਾ ਆਖੀਏ ਕਿ ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਦੀ ਕੋਈ ਗਿਣਤੀ ਵੀ ਨਹੀਂ ਹੈਗੀ, ਉਹਦੀ ਗਿਣਤੀ ਹੋ ਹੀ ਨਹੀਂ ਸਕਦੀ। ਨਾਨਕ ਤੋਟ ਨਾ ਆਵਈ ਤੇਰੇ ਜੁਗੋ ਜੁਗ ਭੰਡਾਰ। ਕਹਿੰਦੇ ਉਹਦੀਆਂ ਦਾਤਾਂ ਤਾਂ ਐਡੀਆਂ ਨੇ, ਮਤਲਬ ਜੁਗਾਂ ਜੁਗਾਂ ਤੋਂ ਭੰਡਾਰ ਚੱਲ ਰਹੇ ਨੇ, ਉਹਨਾਂ 'ਚ ਕੋਈ ਕਮੀ ਨਹੀਂ ਆਈ ਹੈਗੀ, ਉਹਦੀ ਗਿਣਤੀ ਹੋ ਨਹੀਂ ਸਕਦੀ। ਮਹੱਲਾ ਪਹਿਲਾ। ਸਭੇ ਕੰਤ ਮਹੇਲੀਆ, ਸਗਲੀਆ ਕਰੈ ਸਿਗਾਰ। ਗਣਤ ਗਣਾਵਣ ਆਈਆਂ, ਸੂਹਾ ਵੇਸ ਵਿਕਾਰ। ਪਾਖੰਡ ਪ੍ਰੇਮ ਨਾ ਪਾਈਐ, ਖੋਟਾ ਪਾਜ ਖੁਆਰ। ਹਾਂਜੀ, ਕਹਿੰਦੇ ਸਾਰੀਆਂ ਜੀਵ ਇਸਤਰੀਆਂ ਉਸ ਪਰਮਾਤਮਾ ਨੂੰ ਪ੍ਰਸੰਨ ਕਰਨ ਲਈ ਸਿਗਾਰ ਕਰਦੀਆਂ ਨੇ, ਧਾਰਮਿਕ ਸਿਗਾਰ। ਫਿਰ ਕਹਿੰਦੇ ਉਹ ਜਿਹੜੀਆਂ ਸਿਰਫ ਅੰਦਰੋਂ ਹੋਰ ਨੇ ਪਰ ਉੱਪਰੋਂ ਸਿਰਫ ਪਰਮਾਤਮਾ ਨੂੰ ਪਿਆਰੀਆਂ ਲੱਗਣ ਦੇ ਲਈ ਸੂਹਾ ਵੇਸ ਕਰਦੀਆਂ ਨੇ। ਸੂਹਾ ਵੇਸ ਜਿਹੜਾ ਹੁੰਦਾ, ਸੂਹਾ ਕਹਿੰਦੇ ਨੇ ਲਾਲ, ਲਾਲ ਰੰਗ ਮਤਲਬ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ। ਉਹ ਕਹਿੰਦੇ ਵੀ ਸੂਹਾ ਵੇਸ ਕਰਦੀਆਂ ਨੇ, ਦਿਖਾਉਂਦੀਆਂ ਨੇ ਕਿ ਵੀ ਅਸੀਂ ਪਰਮਾਤਮਾ ਦੇ ਰੰਗ 'ਚ ਰੰਗੀਆਂ ਹੁੰਦੀਆਂ, ਪਰ ਉਹ ਝੂਠਾ ਕਰ ਰਹੀਆਂ ਨੇ। ਸਿਰਫ ਉਹਨਾਂ ਨੇ ਆਪਣਾ ਵੇਸ ਬਣਾਇਆ ਕਿ ਅਸੀਂ ਰੰਗੀਆਂ ਤੇਰੇ ਰੰਗ 'ਚ, ਪਰ ਰੰਗੀਆਂ ਨਹੀਂ ਗਈਆਂ। ਫਿਰ ਕਹਿੰਦੇ ਕੀ ਆ, ਪਾਖੰਡ ਪ੍ਰੇਮ ਨਾ ਪਾਈਐ, ਖੋਟਾ ਪਾਜ ਖੁਆਰ। ਕਹਿੰਦੇ ਜਿਹੜਾ ਇਹ ਉਹ ਪਾਖੰਡ ਰੂਪੀ ਪ੍ਰੇਮ ਆ, ਦਿਖਾਉਂਦੀਆਂ ਨੇ ਸਿਰਫ, ਪਰ ਅਸਲ 'ਚ ਪ੍ਰੇਮ ਹੈ ਨਹੀਂ ਗਾ। ਕਹਿੰਦੇ ਜਿਹੜਾ ਇਹ ਪਾਜ ਆ ਨਾ ਉਹਨਾਂ ਦਾ ਖੋਟਾ, ਉਹ ਉਗੜ ਜਾਂਦਾ, ਫਿਰ ਉਹਨਾਂ ਨੂੰ ਖੁਆਰ ਕਰਦਾ। ਕਿ ਪਰਮਾਤਮਾ ਨਾਲ ਕੋਈ ਝੂਠਾ ਨਹੀਂ ਨਾ ਕਰ ਸਕਦਾ, ਕਿ ਉਹ ਤਾਂ ਸਭ ਕੁਝ ਜਾਣਦਾ। ਅਤੇ ਦੁਨੀਆ 'ਚ ਅਸੀਂ ਝੂਠਾ ਕਰ ਸਕਦੇ ਹਾਂ, ਪਰ ਉਹਨੂੰ ਅਸੀਂ ਝੂਠ ਨਾਲ ਰਿਝਾ ਨਹੀਂ ਸਕਦੇ। ਹਰ ਜੀਓ ਇਉ ਪਿਰ ਰਾਵੈ ਨਾਰ, ਹਰ ਜੀਓ ਇਉ ਪਿਰ ਰਾਵੈ ਨਾਰ। ਤੁਧ ਭਾਵਨ ਸੁਹਾਗਣੀ, ਆਪਣੀ ਕਿਰਪਾ ਲਹਿ ਸਵਾਰ। ਰਹਾਓ। ਕਹਿੰਦੇ ਪਰਮਾਤਮਾ ਦੀ ਸੁਹਾਗਣ ਜੀਵ ਇਸਤਰੀ ਕੌਣ ਆ? ਕਿਹਨੂੰ ਪਰਮਾਤਮਾ ਦਾ ਕਹਿੰਦੇ ਮਿਲਾਪ ਮਿਲਦਾ? ਪਰਮਾਤਮਾ ਕਿਸ ਆਪਣੀ ਜੀਵ ਇਸਤਰੀ ਨੂੰ ਆਪਣੇ ਪ੍ਰੇਮ ਨਾਲ ਪ੍ਰਸੰਨ ਕਰਦਾ? ਗੁਰ ਸਬਦੀ ਸਿਗਾਰੀਆ,
ਤਨ ਮਨ ਪਿਰ ਕੈ ਪਾਸ। ਕਹਿੰਦੇ ਉਹ ਜੀਵ ਇਸਤਰੀਆਂ ਜਿਹੜੀਆਂ ਗੁਰੂ ਦੇ ਸ਼ਬਦ ਨਾਲ ਸਿੰਗਾਰੀਆਂ ਹੁੰਦੀਆਂ ਨੇ, ਜਿਨ੍ਹਾਂ ਨਾਲ ਆਪਣਾ ਤਨ ਅਤੇ ਮਨ ਪਤੀ ਪਰਮੇਸ਼ਰ ਪਰਮਾਤਮਾ ਨੂੰ ਅਰਪਣ ਕਰ ਦਿੱਤਾ ਹੁੰਦਾ। ਦੋਏ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ। ਲਾਲ ਰੱਤੀ ਸੱਚ ਭੈ ਵਸੀ ਭਾਏ ਰੱਤੀ ਰੰਗ ਰਾਸ। ਕਹਿੰਦੇ ਉਹ ਜੀਵ ਇਸਤਰੀ ਆਪਣੇ ਦੋਨੇ ਹੱਥ ਜੋੜ ਕੇ ਕਹਿੰਦੇ ਪਰਮਾਤਮਾ ਵੱਲ ਤੱਕੈ, ਪਰਮਾਤਮਾ ਦੇ ਦਰਸ਼ਨ ਕਰਦੀ ਆ, ਨੂੰ ਸੱਚੀ ਅਰਦਾਸ ਕਰਦੀ ਆ, ਉਹਦੇ ਪ੍ਰੇਮ ਵਿੱਚ ਰੱਤੀ ਹੋਈ ਆ, ਉਹਦੇ ਸੱਚੇ ਦੇ ਭੈ ਵਿੱਚ ਅਦਬ ਵਿੱਚ ਰਹਿੰਦੀ ਆ, ਉਹਦੇ ਪਿਆਰ ਵਿੱਚ ਰੰਗੀ ਹੋਈ ਆ, ਅਤੇ ਉਹਦੇ ਨਾਮ ਦੀ ਪੂੰਜੀ ਆ ਉਹਦੇ ਕੋਲ। ਫਿਰ ਉਹ ਉਸ ਪਤੀ ਪਰਮੇਸ਼ਰ ਦਾ ਪ੍ਰੇਮ ਪਾਉਂਦੀ ਆ। ਪ੍ਰਿਯ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ਪ੍ਰਿਯ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ। ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਓ। ਸ਼ਬਦ ਰੱਤੀ ਮਨ ਵੇਦਿਆ ਹਉ ਸਦ ਬਲਿਹਾਰੇ ਜਾਓ। ਕਹਿੰਦੇ ਉਸ ਨੂੰ ਪਰਮਾਤਮਾ ਦੀ ਦਾਸੀ, ਪਰਮਾਤਮਾ ਦੀ ਪ੍ਰੇਮ ਵਾਲੀ ਪਤਨੀ, ਚੇਰੀ ਵੈਸੇ ਦਾਸੀ ਨੂੰ ਹੀ ਕਹਿੰਦੇ ਨੇ, ਉਹਨੂੰ ਹੀ ਦਾਸੀ ਕਿਹਾ ਜਾ ਸਕਦਾ ਪਰਮਾਤਮਾ ਦੀ, ਜਿਹਦੇ ਮਨ ਦੇ ਵਿੱਚ ਉਹਦੇ ਨਾਉ ਦੀ ਲਾਲੀ ਬਣੀ ਹੋਈ ਆ, ਉਹਦੇ ਨਾਉ ਦੇ ਰੰਗ ਵਿੱਚ ਲਾਲ ਹੋਈ ਹੋਈ ਆ। ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ। ਕਹਿੰਦੇ ਵੀ ਉਹਦੀ ਜਿਹੜੀ ਸੱਚੀ ਪ੍ਰੀਤ ਆ ਉਹ ਟੁੱਟਦੀ ਨਹੀਂ ਗੀ, ਮੈਨੂੰ ਸੱਚਾ ਆਪਣੇ ਨਾਲ ਮਿਲਾ ਲੈਂਦਾ। ਉਹ ਸ਼ਬਦ ਦੇ ਵਿੱਚ ਰੱਤੀ ਹੁੰਦੀ ਆ, ਉਹਦਾ ਜਿਹੜਾ ਮਨ ਆ ਉਹ ਪਰਮਾਤਮਾ ਦੇ ਪ੍ਰੇਮ ਨਾਲ ਵਿੰਨਿਆ ਹੁੰਦਾ। ਕਹਿੰਦੇ ਮੈਂ ਉਹਦੇ ਤੋਂ ਬਲਿਹਾਰੇ ਜਾਂਦਾ ਹਾਂ। ਵਾਹਿਗੁਰੂ ਵਾਹਿਗੁਰੂ। ਸਾ ਧਨ ਰੰਡ ਨਾ ਬੈਸਈ ਜੇ ਸਤਿਗੁਰ ਮਾਹੇ ਸਮਾਏ। ਪਿਰ ਰਿਸਾਲੂ ਨੌਤਨੋ ਸਾਚੋ ਮਰੈ ਨਾ ਜਾਏ। ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ। ਕਹਿੰਦੇ ਜੋ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਉਸ ਪਰਮਾਤਮਾ 'ਚ ਸਮਾ ਜਾਂਦੀ ਹੈ ਜੀਵ ਇਸਤਰੀ, ਉਹ ਕਹਿੰਦੇ ਰੰਡੀ ਨਹੀਂ ਹੁੰਦੀ, ਕਿਉਂਕਿ ਉਹਦਾ ਜਿਹੜਾ ਸੁਹਾਗ ਆ ਪਰਮਾਤਮਾ ਉਹ ਹਮੇਸ਼ਾ ਰਹਿਣ ਵਾਲਾ, ਉਹ ਰਿਸਾਲੂ ਆ, ਹਮੇਸ਼ਾ ਆਨੰਦ ਦਾ ਸਰੋਤ ਆ। ਨੌਤਨੋ ਹਮੇਸ਼ਾ ਨਵਾਂ ਹੈ, ਸਾਚੋ ਅਟੱਲ ਹੈ, ਸੱਚਾ ਹੈ, ਮਰੇ ਨਾ ਜਾਏ, ਉਹਨੂੰ ਕਦੇ ਮੌਤ ਨਹੀਂ ਆਉਂਦੀ, ਫਿਰ ਸਦਾ ਸੁਹਾਗਣ ਆ। ਕਹਿੰਦੇ ਉਹ ਸੱਚਾ ਪਰਮਾਤਮਾ ਆਪਣੀ ਕਿਰਪਾ ਦੇ ਵਿੱਚ, ਆਪਣੀ ਰਜਾ ਦੇ ਵਿੱਚ ਉਸ ਆਪਣੀ ਸੱਚੀ ਜੀਵ ਇਸਤਰੀ ਸੁਹਾਗਣ ਦੇ ਨਾਲ ਉਹਦਾ ਮਿਲਾਪ ਹੁੰਦਾ। ਸਾਚੀ ਸਾਚ ਧੜੀ ਧਨ ਮਾਡੀਐ ਕਾਪੜ ਪ੍ਰੇਮ ਸਿਗਾਰ। ਚੰਦਨ ਚੀਤ ਵਸਾਇਆ ਮੰਦਰ 10ਵਾਂ ਦੁਆਰ। ਸਾਚ ਧੜੀ ਧਨ ਮਾਡੀਐ ਕਾਪੜ ਪ੍ਰੇਮ ਸਿਗਾਰ। ਕਹਿੰਦੇ ਜਿਹੜੀ ਉਹ ਜੀਵ ਇਸਤਰੀ ਆ ਨਾ, ਜਿਹੜਾ ਪਰਮਾਤਮਾ ਦੇ ਨਾਲ ਪ੍ਰੇਮ ਆ, ਇਹੀ ਉਹਦਾ ਸਿਗਾਰ ਆ, ਜਿਹੜਾ ਉਹ ਕੱਪੜਿਆਂ ਦਾ ਸਿਗਾਰ ਕਰਦੀ ਆ, ਆਪਣੇ ਸਿਰ 'ਤੇ ਮੀਡੀਆਂ ਦਾ ਸਿਗਾਰ ਕਰਦੀ ਆ, ਸਭ ਕੁਛ ਪਰਮਾਤਮਾ ਦਾ ਪ੍ਰੇਮ ਆ ਉਹਦੇ ਲਈ। ਚੰਦਨ ਚੀਤ ਵਸਾਇਆ, ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਣਾ, ਇਹ ਹੈਗਾ ਜਿਵੇਂ ਮੱਥੇ 'ਤੇ ਚੰਦਨ ਲਾਇਆ ਹੋਵੇ। ਮੰਦਰ 10ਵਾਂ ਦੁਆਰ। ਕਹਿੰਦੇ ਉਹਨੇ ਆਪਣਾ ਜਿਹੜਾ 10ਵਾਂ ਦੁਆਰ ਆ ਉਹ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੁੰਦਾ। ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ। ਕਹਿੰਦੇ ਉਹ ਰਾਮ ਨਾਮ, ਪਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਦਾ ਹਾਰ ਬਣਾਉਂਦੀ ਆ। ਜੋ ਗੁਰੂ ਦਾ ਸ਼ਬਦ ਹੁੰਦਾ ਉਹ ਦੀਪਕ ਬਣ ਕੇ ਉਹਦੇ ਅੰਦਰ ਚਾਨਣ ਕਰਦਾ। ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ।
ਕਹਿੰਦੇ ਜੋ ਪਰਮਾਤਮਾ ਦਾ ਪਿਆਰ ਆ, ਕਹਿੰਦੇ ਉਹਦੇ ਸਿਰ ਦੇ ਉੱਪਰ ਟਿੱਕਾ ਸੋਭ ਰਿਹਾ ਹੁੰਦਾ। ਕਹਿੰਦੇ ਜਿਹੜੀ ਉਹਦੀ ਸੋਹਣੀ ਸੁਰਤ ਬਣੀ ਹੁੰਦੀ ਆ, ਉਹ ਵੀ ਉਹਦਾ ਸਿਗਾਰ ਹੁੰਦਾ। ਸੋਭਾ ਸੁਰਤ ਸੁਹਾਵਣੀ, ਸਾਚਾ ਪ੍ਰੇਮ ਪਿਆਰ। ਕਹਿੰਦੇ ਸੱਚੇ ਦੇ ਪ੍ਰੇਮ ਦੇ ਵਿੱਚ, ਉਸ ਅਪਾਰ ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਕਹਿੰਦੇ ਜਿਹੜੀ ਉਹਦੀ ਸੁਰਤ ਹੁੰਦੀ ਆ ਉਹ ਸੁਹਾਵਣੀ ਬਣੀ ਹੁੰਦੀ ਆ, ਤੇ ਇਹਦੀ ਫਿਰ ਉਹਨੂੰ ਸੋਭਾ ਮਿਲਦੀ ਆ। ਬਿਨ ਪਿਰ ਪੁਰਖ ਨਾ ਜਾਣਈ, ਸਾਚੇ ਗੁਰ ਕੈ ਹੇਤ ਪਿਆਰ। ਕਹਿੰਦੇ ਉਹ ਗੁਰੂ ਦੇ ਰਾਹੀਂ ਸਿਰਫ ਆਪਣੇ ਪਤੀ ਪਰਮੇਸ਼ਰ ਪਰਮਾਤਮਾ ਨੂੰ ਪਿਆਰ ਕਰਦੀ ਆ, ਹੋਰ ਕਿਸੇ ਨਾਲ ਜਾਣ ਪਛਾਣ ਨਹੀਂ ਪਾਉਂਦੀ। ਨਿਸ ਅੰਧਿਆਰੀ ਸੁੱਤੀਏ, ਕਿਉਂ ਪਿਰ ਬਿਨ ਰੈਣ ਵਿਹਾਏ। ਫਿਰ ਉਸ ਜੀਵ ਇਸਤਰੀ ਨੂੰ ਕਹਿੰਦੇ ਨੇ ਜੋ ਪਤੀ ਪਰਮੇਸ਼ਰ ਦੇ ਰੰਗ ਵਿੱਚ ਨਹੀਂ ਰੰਗੀ ਹੋਈ, ਉਹਨੂੰ ਕਹਿੰਦੇ ਨੇ ਕਿ ਵੀ ਤੂੰ ਮਾਇਆ ਦੇ ਪਿਆਰ ਵਿੱਚ ਸੁੱਤੀ ਹੋਈਆਂ, ਪਰਮਾਤਮਾ ਦੇ ਗਿਆਨ ਤੋਂ ਅੰਧੀ ਹੋਈਆਂ, ਤੇ ਤੇਰੀ ਜ਼ਿੰਦਗੀ ਦੀ ਜਿਹੜੀ ਇਹ ਰਾਤ ਆ, ਇਹ ਕਿਵੇਂ ਲੰਘਦੀ ਆ, ਮਤਲਬ ਸੌਖੀ ਨਹੀਂ ਲੰਘਦੀ ਪਤੀ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ। ਅੰਕ ਜਲੋ ਤਨ ਜਾਲਿਓ, ਮਨ ਧਨ ਜਲ ਬਲ ਜਾਏ। ਕਹਿੰਦੇ ਉਹ ਜੀਵ ਇਸਤਰੀ ਜਿਹਨੂੰ ਪਤੀ ਪਰਮੇਸ਼ਰ ਨਾਲ ਪਿਆਰ ਨੀਗਾ, ਕਹਿੰਦੇ ਉਹ ਅੰਕ ਕਹਿੰਦੇ ਨੇ ਹਿਰਦੇ ਨੂੰ, ਹਿਰਦਾ, ਤਨ, ਸਰੀਰ, ਮਨ, ਧਨ, ਸਭ ਕੁਝ ਕਹਿੰਦੇ ਉਹਦਾ ਜਲ ਬਲ ਜਾਂਦਾ, ਕਿਉਂਕਿ ਪਰਮਾਤਮਾ ਨਾਲ ਪਿਆਰ ਨਹੀਂ ਪਿਆ। ਜਾ ਤਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋਬਨ ਜਾਏ। ਕਹਿੰਦੇ ਫਿਰ ਉਹ ਜੀਵ ਇਸਤਰੀ ਜਿਹਦਾ ਪਤੀ ਪਰਮੇਸ਼ਰ ਨਾਲ ਪਿਆਰ ਨੀਗਾ, ਕਿ ਫਿਰ ਪਤੀ ਪਰਮੇਸ਼ਰ ਨੇ ਉਹਦੇ ਨਾਲ ਮਿਲਾਪ ਨਹੀਂ ਉਹਦਾ ਹੋਇਆ, ਫਿਰ ਕਹਿੰਦੇ ਉਹਦਾ ਮਨੁੱਖਾ ਜੀਵਨ ਰੂਪੀ ਜੋਬਨ ਬਿਰਥਾ ਚਲੇ ਜਾਂਦਾ। ਵਾਹਿਗੁਰੂ ਵਾਹਿਗੁਰੂ। ਸੇਜੈ ਕੰਤ ਮਹੇਲੜੀ, ਸੂਤੀ ਬੂਝ ਨਾ ਪਾਏ। ਹਉ ਸੁੱਤੀ ਪਿਰ ਜਾਗਣਾ, ਕਿਸ ਕੋ ਪੁੱਛੋ ਜਾਏ। ਕਹਿੰਦੇ ਵੀ ਜਿਹੜੀ ਜੀਵ ਇਸਤਰੀ ਮਾਇਆ ਦੀ ਨੀਂਦ ਵਿੱਚ ਸੁੱਤੀ ਪਈ ਆ, ਕਹਿੰਦੇ ਜੋ ਪਤੀ ਪਰਮੇਸ਼ਰ ਆ ਉਹ ਤਾਂ ਹਿਰਦੇ ਤੇ ਆ, ਪਰ ਉਹ ਕਿ ਮਾਇਆ ਦੀ ਨੀਂਦ ਵਿੱਚ ਸੁੱਤੀ ਪਈ ਆ, ਉਹ ਬੁੱਝ ਨਹੀਂ ਸਕਦੀ ਕਿ ਪਤੀ ਪਰਮੇਸ਼ਰ ਮੇਰੇ ਹਿਰਦੇ 'ਚ ਆ। ਕਹਿੰਦੇ ਵੀ ਉਹ ਕਹਿੰਦੀ ਆ ਕਿ ਮੈਂ ਤਾਂ ਸੁੱਤੀ ਪਈ ਆ, ਪਰ ਮੇਰਾ ਪਤੀ ਪਰਮੇਸ਼ਰ ਜਾਗਦਾ, ਮੈਂ ਉਹਨੂੰ ਮਿਲਣ ਦੇ ਲਈ ਕਿਸ ਕੋਲ ਜਾ ਕੇ ਪੁੱਛਾਂ, ਵੀ ਕਿਵੇਂ ਮਿਲ ਸਕਾਂ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ। ਫਿਰ ਕਹਿੰਦੇ ਵੀ ਸਤਿਗੁਰ ਦੀ ਸ਼ਰਨ ਪੈਂਦੀ ਹੈ, ਫਿਰ ਸਤਿਗੁਰ ਉਹਨੂੰ ਮਿਲਾ ਦਿੰਦੇ ਨੇ, ਤੇ ਫਿਰ ਪਰਮਾਤਮਾ ਪਤੀ ਦੇ ਪਰਮੇਸ਼ਰ ਦੇ ਅਦਬ ਦੇ ਵਿੱਚ ਫਿਰ ਰਹਿੰਦੀ ਆ। ਫਿਰ ਨਾਨਕ ਜੀ ਕਹਿੰਦੇ ਫਿਰ ਉਹ ਪਰਮਾਤਮਾ ਉਹਦਾ ਮਿੱਤਰ ਬਣ ਜਾਂਦਾ। ਬਹੁਤ ਹੀ ਪਿਆਰੀ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਕਿਸ ਤਰ੍ਹਾਂ ਜੀਵ ਦੀ ਪਰਮਾਤਮਾ ਦੇ ਨਾਲ ਮਿਲਾਪ ਦੀ ਪੂਰੀ ਤਸਵੀਰ ਖਿੱਚੀ ਆ। ਵਾਹਿਗੁਰੂ ਜੀ ਸੱਚੇ ਪਾਤਸ਼ਾਹ, ਸਭ ਤੇ ਮਿਹਰ ਕਰੀ ਸੱਚੇ ਪਾਤਸ਼ਾਹ ਜੀ। ਸੰਗਤ ਜੀ, ਅੱਜ ਜਿਸ ਤਰ੍ਹਾਂ ਕਾਫੀ ਸਾਲਾਂ ਤੋਂ ਵਾਹਿਗੁਰੂ ਜੀ ਨੇ ਇਸ ਤਰ੍ਹਾਂ ਬਣਾਇਆ ਕਿ ਇੱਥੇ ਹੁਣ ਰਹਿੰਦਿਆਂ ਹੋਇਆਂ ਦਰਬਾਰ ਸਾਹਿਬ ਦੇ ਕੇ ਦਰਸ਼ਨ ਕੀਤਿਆਂ ਸਾਲ ਲੱਗ ਜਾਂਦੇ ਨੇ, ਪਰ ਚਲੋ ਜਿਸ ਤਰ੍ਹਾਂ ਹੈ ਵੀ ਦੇਖੀਦਾ ਹੈ PTC 'ਤੇ ਕਈ ਦਫਾ ਜਿੱਦਾਂ ਹੁੰਦਾ ਕਿ ਹਰ ਰੋਜ਼ ਮਨ 'ਚ ਹੁੰਦਾ ਕਿ ਇੱਕ ਵਾਰ ਦਰਸ਼ਨ ਕਰੀਏ ਹਰਿਮੰਦਰ ਸਾਹਿਬ ਦੇ ਨਾ, ਅਤੇ ਮਨ ਨੂੰ ਜਿੱਦਾਂ ਚੰਗਾ ਲੱਗਦਾ ਹੈ ਨਾ, ਮਤਲਬ ਹੈ ਤੇ ਉਹ ਸਾਡੇ ਅੰਦਰ ਵਸਦਾ, ਪਰ ਜਿਸ ਤਰ੍ਹਾਂ ਰੂਹ ਨੂੰ ਸ਼ਾਂਤੀ ਮਿਲਦੀ ਹੈ ਦਰਸ਼ਨ ਕਰਿਆ। ਅਤੇ ਅੱਜ ਕਈ ਦਫਾ ਇੱਦਾਂ ਹੁੰਦਾ ਕਿ ਪਰਮਾਤਮਾ ਦਾ ਇਹ ਇੱਕ ਹਰ ਇੱਕ ਜੀਵ ਦੇ ਨਾਲ ਇੱਦਾਂ ਦੀਆਂ ਗੱਲਾਂ ਵਾਪਰਦੀਆਂ ਨੇ ਕਿ ਇੱਕ ਤਰ੍ਹਾਂ ਇਹ ਕੀ ਕਹਿੰਦੇ ਕਿ ਬਹਾਨਾ ਹੀ ਹੁੰਦਾ ਕਿ ਅਸੀਂ ਦਰਸ਼ਨ ਕਰਨੇ, ਪਰ ਕਈ ਦਫਾ ਉੱਥੋਂ ਸਾਨੂੰ ਗੁਰਬਾਣੀ ਦੀ ਕੋਈ ਤੁਕ ਕਹਿੰਦੇ ਸਾਡੀ ਨਜ਼ਰ ਪੈ ਜਾਂਦੀ ਆ, ਤਾਂ ਅਸੀਂ ਜਿਸ ਤਰ੍ਹਾਂ ਕਿ ਸਾਨੂੰ ਪਰਮਾਤਮਾ ਕੋਈ ਵਿੱਚੋਂ ਮੋਤੀ ਦੇ ਰਹੇ ਹੁੰਦੇ ਨੇ ਨਾ, ਗੁਰਬਾਣੀ ਦੇ ਵਿੱਚੋਂ, ਗੁਰਬਾਣੀ ਦੇ ਸਮੁੰਦਰ ਤੋਂ ਸਾਨੂੰ ਕੁਝ ਜਿੱਦਾਂ ਮੋਤੀ ਉਹਨਾਂ ਨੇ ਦੇਣਾ ਹੁੰਦਾ। ਅਤੇ ਅੱਜ ਇੱਕ ਤੁਕ ਸਾਹਮਣੇ ਆਈ, ਭਾਈ ਸਤਿੰਦਰਵੀਰ ਸਿੰਘ ਜੀ ਕੀਰਤਨ ਕਰਦੇ ਸੀ,
ਬਹੁਤ ਹੀ ਪਿਆਰਾ ਕੀਰਤਨ ਕਰਦੇ ਨੇ। ਜਿੰਨੀ ਦੇਰ ਕੀਰਤਨ ਕਰਦੇ ਨੇ ਉਹਨਾਂ ਦੀਆਂ ਅੱਖਾਂ ਬੰਦ ਹੁੰਦੀਆਂ ਨੇ। ਭਾਈ ਲਖਵਿੰਦਰ ਸਿੰਘ ਜੀ ਬਹੁਤ ਸੋਹਣਾ ਕੀਰਤਨ ਕਰਦੇ ਨੇ। ਸ਼ਾਇਦ ਆਪ ਜਾਣਦੇ ਹੋਵੋਗੇ, ਜਿਨ੍ਹਾਂ ਦੇ ਮਤਲਬ ਨੇਤਰ ਨਹੀਂ ਹੈਗੇ। ਸਾਰੇ ਹੀ ਕੀਰਤਨ ਕਰਨ ਵਾਲੇ ਵੀਰਾਂ ਨੂੰ ਕੋਟਨ ਕੋਟ ਨਮਨ, ਕਿ ਕਿੰਨੀ ਬਾਣੀ ਉਹਨਾਂ ਨੂੰ ਯਾਦ ਆ, ਅਤੇ ਤਾਂ ਹੀ ਕੀਰਤਨ ਕਰ ਸਕਦੇ ਨੇ ਨਾ ਜਦੋਂ ਯਾਦ ਹੈਗੀ ਬਾਣੀ। ਕਿੰਨੀਆਂ ਉਹਨਾਂ ਨੂੰ ਤੁਕਾਂ ਯਾਦ ਨੇ। ਹਾਂਜੀ ਸੰਗਤ ਜੀ, ਅੱਜ ਜਦੋਂ ਉਹ ਬਾਣੀ ਦਾ ਕੀਰਤਨ ਕਰਦੇ ਸੀ ਤਾਂ ਤੁਕ ਆਈ ਪਰਮਾਤਮਾ ਦੀ ਮਿਹਰ ਨਾਲ। ਮਤਲਬ ਪਹਿਲਾਂ ਕਈ ਦਫਾ ਸਹਿਜ ਪਾਠ ਹੋ ਚੁੱਕੇ ਨੇ, ਪਰ ਇੱਦਾਂ ਲੱਗਦਾ ਹੁੰਦਾ ਕਿ ਕਈ ਦਫਾ ਕਿ ਵੀ ਇਹ ਤੁਕ ਸ਼ਾਇਦ ਅਸੀਂ ਪਹਿਲੀ ਵਾਰ ਹੀ ਦੇਖ ਰਹੇ ਹਾਂ। ਮਤਲਬ ਮੈਨੂੰ ਯਾਦ ਨਹੀਂ ਸੀ ਕਿ ਮੈਂ ਉਹ ਤੁਕ ਕਦੇ ਮੇਰੇ ਸਾਹਮਣੇ ਆਏ, ਪਰ ਪਾਠ ਕੀਤਾ ਆਈ ਤਾਂ ਹੈ, ਪਰ ਮੈਨੂੰ ਯਾਦ ਨਹੀਂ ਹੈ ਨਾ। ਮੈਂ ਤੁਹਾਨੂੰ ਝੂਠ ਨਹੀਂ ਕਹਿੰਦੀ। ਜਦੋਂ ਤੁਕ ਆਈ ਤਾਂ ਮਨ ਦੇ ਵਿੱਚ ਇਹ ਆਇਆ ਕਿ ਸੰਗਤ ਦੇ ਨਾਲ ਇਹਦੀ ਜ਼ਰੂਰ ਸਾਂਝ ਪਾਊਂਗੀ। ਵਾਹਿਗੁਰੂ ਜੀ ਪਵਾਉਣ। ਬਹੁਤ ਹੀ ਪਿਆਰੀ ਤੁਕ ਆ, ਔਰ ਉਹ ਤੁਕ ਇੱਦਾਂ ਹੈ ਕਿ ਪਾਤਸ਼ਾਹ ਨੇ ਉਸ ਤੁਕ ਦੇ ਵਿੱਚ ਦੱਸ ਹੀ ਦਿੱਤਾ ਕਿ ਮਤਲਬ ਸਾਡੇ ਜੀਵਨ ਦਾ ਮਕਸਦ ਕੀ ਆ। ਦੱਸਦੇ ਤਾਂ ਸਾਰੀਆਂ ਤੁਕਾਂ ਦੇ ਵਿੱਚ ਨੇ, ਉਸ ਵਿੱਚ ਖੁੱਲ੍ਹਾ ਦੱਸ ਦਿੱਤਾ ਕਿ ਬਸ ਇਹ ਹੈ ਜੋ ਤੂੰ ਕਰਨਾ ਪਰਮਾਤਮਾ ਨੂੰ ਪਾਉਣ ਲਈ। ਤੁਕ ਸੀ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਚੌਥੇ ਪਾਤਸ਼ਾਹ ਜੀ ਦੀ ਤੁਕ ਹੈ ਰਾਗ ਮਲਾਰ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1265 ਤੇ ਸਵੈਮਾਨ ਹੈ ਜੀ। ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਤੇ ਆਪਾਂ ਨੂੰ ਸਾਰਿਆਂ ਨੂੰ ਇਹਦਾ ਅਰਥ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਣਾ ਕਿ ਮਤਲਬ ਬਹੁਤ ਸਰਲ, ਜਿਸ ਤਰ੍ਹਾਂ ਸਮਝ ਲੱਗਦੀ ਆ ਨਾ, ਪਾਤਸ਼ਾਹ ਨੇ ਬੜਾ ਸਰਲ ਤਰੀਕੇ ਨਾਲ ਦੱਸਿਆ। ਕਹਿੰਦੇ ਵੀ ਰਾਮ ਰਾਮ, ਉਹ ਰਾਮ ਜੋ ਰਮਿਆ ਹੋਇਆ, ਵਾਹਿਗੁਰੂ ਵਾਹਿਗੁਰੂ, ਬੋਲ ਬੋਲ ਖੋਜ ਤੇ ਵਡਭਾਗੀ। ਜਿਹੜੇ ਵੱਡੇ ਭਾਗਾਂ ਵਾਲੇ ਨੇ, ਫਿਰ ਉਹ ਵਾਹਿਗੁਰੂ 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 ਬੋਲ ਬੋਲ ਕੇ ਉਹਨੂੰ ਲੱਭਦੇ ਨੇ। ਫਿਰ ਇਹ ਲੱਭਣ ਦਾ ਸਾਨੂੰ ਤਰੀਕਾ ਦੱਸ ਦਿੱਤਾ ਨਾ, ਤੇ ਆਓ ਫਿਰ ਆਪਾਂ ਸਾਰੇ ਲੱਭੀਏ ਉਹਨੂੰ। ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਅਨੇਕਾਂ ਗਲਤੀਆਂ, ਅਨੇਕਾਂ ਭੁੱਲਾਂ ਚੁੱਕਾਂ ਹੋਈਆਂ ਨੇ। ਦਾਸੀ ਨੂੰ ਮਾਫ਼ ਕਰਿਓ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਗੁਰਬਾਣੀ, ਧੁਰ ਕੀ ਬਾਣੀ, ਅਥਾਹ ਸਮੁੰਦਰ, ਅਥਾਹ ਸਮੁੰਦਰ। ਵਿਚਾਰ ਕਰਦਿਆਂ ਬਹੁਤ ਹੀ ਭੁੱਲਾਂ ਚੁੱਕਾਂ ਹੁੰਦੀਆਂ ਨੇ। ਆਪ ਦੀ ਅਣਜਾਣ ਬੱਚੀ ਸਮਝ ਕੇ ਮਾਫ਼ ਕਰਿਓ ਜੀ। ਸਭ ਜੀਵਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਸੱਚੇ ਪਿਤਾ ਜੀ। ਅੱਗੇ ਤੋਂ ਸੁਮੱਤ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।